वाहेगुरु जी का खालसा वाहेगुरु जी की फतेह। गुरु जी ने सिੱਖੀ परखणी ਅਤੇ ਪੰਜ ਪਿਆਰੇ ਸਾਜਣੇ। सतगुरु जी ने ਸੰਮਤ 1756 ਦੀ ਵਿਸਾਖੀ ਦੇ ਮੇਲੇ ਉੱਤੇ ਇਕੱਠੇ ਹੋਣ ਵਾਸਤੇ ਜੋ ਸਭ ਦੇਸ਼ ਪ੍ਰਦੇਸ਼ ਦੇ ਸਿੱਖਾਂ ਨੂੰ ਚਾਰੇ ਪਾਸੇ ਹੁਕਮਨਾਮੇ ਭੇਜੇ ਸਨ, ਉਹਨਾਂ ਅਨੁਸਾਰ ਬੇਅੰਤ ਸੰਗਤਾਂ ਆਨੰਦਪੁਰ ਪਹੁੰਚ ਗਈਆਂ। ਸਭ ਦੇ ਰਹਿਣ ਸਹਿਣ ਅਤੇ ਲੰਗਰ ਦਾ ਪ੍ਰਬੰਧ ਸਤਿਗੁਰੂ ਜੀ ਨੇ ਦਮਦਮੇ ਸਾਹਿਬ ਦੇ ਲਾਗੇ ਕਰਵਾ ਦਿੱਤਾ। ਦੋਵੇਂ ਵੇਲੇ ਸਵੇਰ ਸ਼ਾਮ ਦੀਵਾਨ ਸਜਦੇ ਅਤੇ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਉਪਦੇਸ਼ ਸੁਣ ਕੇ ਆਪਣਾ ਜੀਵਨ ਸਫਲ ਕਰਦੀਆਂ। ਅੱਜ ਅੰਮ੍ਰਿਤ ਵੇਲੇ ਹੀ ਇੱਕ ਬਹੁਤ ਵੱਡੇ ਪੰਡਾਲ ਵਿੱਚ ਸਤਿਗੁਰੂ ਜੀ ਦਾ ਦੀਵਾਨ ਸਜ ਗਿਆ। ਹਜ਼ਾਰਾਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਉਪਦੇਸ਼ ਵਾਸਤੇ ਦੀਵਾਨ ਵਿੱਚ ਹਾਜ਼ਰ ਹੋ ਗਈਆਂ। ਸਤਿਗੁਰੂ ਜੀ ਆਪ ਵੀ ਸ਼ਸਤਰ ਬਸਤਰ ਕਰਕੇ ਕਲਗੀ ਜਗ੍ਹਾ ਸਜਾ ਕੇ ਸੰਗਤਾਂ ਦੀ ਇੱਕ ਵੱਡੀ ਭੀੜ ਨਾਲ ਦੀਵਾਨ ਵਿੱਚ ਆਣ ਕੇ ਆਪਣੇ ਉੱਚੇ ਸੁੰਦਰ ਸਿੰਘਾਸਨ ਉੱਤੇ ਬਿਰਾਜਮਾਨ ਹੋ ਗਏ। ਜਦ ਦੀਵਾਨ ਆਪਣੇ ਪੂਰੇ ਜੋਬਨ ਵਿੱਚ ਠਾਠਾ ਮਾਰਨ ਲੱਗਾ, ਹਜ਼ਾਰਾਂ ਸਿੱਖ ਸੰਗਤਾਂ ਬੈਠ ਕੇ ਦਰਸ਼ਨ ਉਪਦੇਸ਼ ਲੈ ਰਹੀਆਂ ਸਨ, ਤਾਂ ਆਪ ਜੀ ਆਪਣੇ ਸੱਜੇ ਹੱਥ ਵਿੱਚ ਇੱਕ ਚਮਕਦੀ ਹੋਈ ਕਿਰਪਾਨ ਫੜ ਕੇ ਉੱਚੀ ਆਵਾਜ਼ ਨਾਲ ਖੜੇ ਹੋ ਕੇ ਬੋਲੇ, ਮੇਰਾ ਕੋਈ ਪਿਆਰਾ ਸਿੱਖ ਹੈ ਜੋ ਇਸ ਵੇਲੇ ਮੈਨੂੰ ਆਪਣਾ ਸਿਰ ਦੇਵੇ। ਇਉਂ ਆਖ ਕੇ ਆਪ ਜੀ ਆਪਣੀ ਚਮਕਦੀ ਹੋਈ ਕਿਰਪਾਨ ਵੱਲ ਵੇਖਣ ਲੱਗ ਪਏ ਅਤੇ ਸਾਰੀ ਸੰਗਤ ਨੇ ਹੈਰਾਨੀ ਨਾਲ ਸੁਣ ਕੇ ਸਿਰ ਨੀਵੇਂ ਕਰ ਲਏ। ਕੁਝ ਚਿਰ ਉਡੀਕ ਕਰਕੇ ਗੁਰੂ ਜੀ ਫੇਰ ਬੋਲੇ ਕਿ ਧੀਰ ਜਵਾਨ ਪਿਆਰਾ ਸਿੱਖ ਸਾਨੂੰ ਆਪਣੇ ਸਿਰ ਦਾ ਦਾਨ ਦੇਵੇ। ਸੰਗਤ ਫੇਰ ਵੀ ਸਾਰੀ ਸਿਰ ਨੀਵਾਂ ਕਰਕੇ ਚੁੱਪ ਕਰਕੇ ਬੈਠ ਰਹੀ। ਕੁਛ ਦੇਰ ਉਡੀਕ ਕੇ ਆਪ ਜੀ ਨੇ ਤੀਸਰੀ ਵਾਰ ਜਦ ਫੇਰ ਉਹੀ ਬਚਨ ਕਿਹਾ, ਤਾਂ ਇੱਕ ਲਾਹੌਰ ਦੇ ਖੱਤਰੀ ਸਿੱਖ ਦਇਆ ਰਾਮ ਨੇ ਖੜੇ ਹੋ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਮੇਰਾ ਸਿਰ ਲੈ ਲਵੋ ਜੀ, ਮੈਂ ਹਾਜ਼ਰ ਹਾਂ। ਸਤਿਗੁਰੂ ਜੀ ਨੇ ਕਿਹਾ, ਭਾਈ ਸਿੱਖਾ, ਸਿਰ ਦੇਣਾ ਹੈ ਤਾਂ ਅੱਗੇ ਆ ਜਾ। ਜਦ ਭਾਈ ਦਇਆ ਰਾਮ ਅੱਗੇ ਆਇਆ ਤਾਂ ਆਪ ਜੀ ਨੇ ਉਸ ਨੂੰ ਬਾਹੋਂ ਫੜ ਕੇ ਕਾਲੀ ਨਾਲ ਤੰਬੂ ਵਿੱਚ ਲੈ ਗਏ ਅਤੇ ਲਹੂ ਨਾਲ ਲਿਬੜੀ ਹੋਈ ਕਿਰਪਾਨ ਲੈ ਕੇ ਤੰਬੂ ਤੋਂ ਬਾਹਰ ਆ ਖੜੇ ਹੋਏ। ਲਹੂ ਚੋਂਦੀ ਤਲਵਾਰ ਵੇਖ ਕੇ ਸਭ ਨੇ ਸਮਝ ਲਿਆ ਕਿ ਗੁਰੂ ਜੀ ਨੇ ਭਾਈ ਦਇਆ ਰਾਮ ਨੂੰ ਸ਼ਹੀਦ ਕਰ ਦਿੱਤਾ ਹੈ। ਜਦ ਤੰਬੂ ਤੋਂ ਬਾਹਰ ਲਹੂ ਵਗਦਾ ਵੀ ਸਭ ਨੇ ਵੇਖਿਆ ਤਾਂ ਸਾਰੀ ਸੰਗਤ ਸਹਿਮ ਗਈ, ਪਰ ਬੋਲ ਕੋਈ ਨਾ ਸਕੇ। ਆਪਣੇ ਥਾਂ ਸਾਰੇ ਹੀ ਡਰ ਨਾਲ ਕੰਬਣ ਲੱਗ ਪਏ ਅਤੇ ਅਨੇਕ ਪ੍ਰਕਾਰ ਦੀਆਂ ਕਲਪਨਾ ਕਰਨ ਲੱਗੇ। ਕੋਈ ਆਖੇ ਗੁਰੂ ਜੀ ਨੇ ਜੋ ਦੇਵੀ ਸਿੱਧ ਕੀਤੀ ਹੈ ਉਹ ਇਹਨਾਂ ਨੂੰ ਪੁੱਠੀ ਪੈ ਗਈ ਹੈ। ਕੋਈ ਆਖੇ ਇਹਨਾਂ ਨੂੰ ਹਵਨ ਅਗਨਾ ਦੀ ਗਰਮੀ ਖੁਸ਼ਕੀ ਸਿਰ ਨੂੰ ਚੜ ਗਈ ਹੈ। ਇਸ ਤਰ੍ਹਾਂ ਕੋਈ ਕੁਛ ਆਖੇ, ਕੋਈ ਕੁਛ ਆਖੇ। ਗੁਰੂ ਜੀ ਨੇ ਫੇਰ ਲਹੂ ਲਿਬੜੀ ਕਿਰਪਾਨ ਨੂੰ ਉੱਚੀ ਕਰਕੇ ਗਰਜਮੀ ਆਵਾਜ਼ ਨਾਲ ਕਿਹਾ, ਕੋਈ ਹੋਰ ਮੇਰਾ ਪਿਆਰਾ ਸਿੱਖ ਸੀਸ ਦੇਵੇ, ਸਾਨੂੰ ਸਿੱਖ ਦੇ ਸਿਰ ਦੀ ਲੋੜ ਹੈ, ਉਸ ਤੋਂ ਬਿਨਾਂ ਸਾਡਾ ਕੰਮ ਨਹੀਂ ਸੌਰ ਸਕਦਾ। ਇਹ ਦੂਜੀ ਵਾਰ ਫੇਰ ਸਿਰ ਦੀ ਮੰਗ ਸੁਣ ਕੇ ਸਾਰੇ ਸਿੱਖ ਹੈਰਾਨ ਹੋ ਰਹੇ ਸਨ ਅਤੇ ਸਿਰ ਨੀਵੇਂ ਕਰਕੇ ਸੋਚਾਂ ਵਿੱਚ ਪੈ ਗਏ। ਪਰ ਫੇਰ ਜਦ ਆਪ ਜੀ ਨੇ ਤੀਜੀ ਵਾਰ ਕਿਹਾ ਕਿ ਕੋਈ ਪਿਆਰਾ ਸਿੱਖ ਸਿਰ ਦੇਵੇ, ਤਾਂ ਧਰਮਦਾਸ ਹਸਤਨਾਪੁਰ ਦਿੱਲੀ ਦਾ ਜੱਟ ਉੱਠ ਖੜਾ ਹੋਇਆ। ਉਸ ਨੂੰ ਵੀ ਆਪ ਕਾਲੀ ਨਾਲ ਬਾਹੋਂ ਫੜ ਕੇ ਤੰਬੂ ਅੰਦਰ ਲੈ ਗਏ ਅਤੇ ਲਹੂ ਲਹਾਨ ਕਿਰਪਾਨ ਲੈ ਕੇ ਫੇਰ ਝਟਪਟ ਬਾਹਰ ਆਣ ਕੇ ਬੜੇ ਰੋਹ ਅਤੇ ਤੇਜ ਨਾਲ ਲਾਲ ਅੱਖਾਂ ਕਰਕੇ ਖੜੇ ਹੋ ਗਏ। ਕਮਜ਼ੋਰ ਦਿਲ ਵਾਲਿਆਂ ਦੇ ਮੂੰਹਾਂ ਉੱਤੇ ਜਰਦੀ ਛਾ ਗਈ। ਉਹ ਦੀਵਾਨ ਵਿੱਚੋਂ ਉੱਠਣਾ ਚਾਹੁੰਦੇ ਸਨ ਪਰ ਜਾ ਨਹੀਂ ਸਨ ਸਕਦੇ। ਆਪਸ ਵਿੱਚ ਹੀ ਸਲਾਹਾਂ ਕਰਨ ਲੱਗੇ ਕਿ ਇਹ ਕਾਲਕਾ ਦੇ ਦਰਸ਼ਨ ਦਾ ਫਲ ਹੈ, ਜਿਸ ਨੇ ਉਲਟੀ ਪੈ ਕੇ ਇਹਨਾਂ ਦੀ ਬੁੱਧੀ ਹੋਰ ਦੀ ਹੋਰ ਕਰ ਦਿੱਤੀ ਹੈ। ਪਹਿਲਾਂ ਵੱਡੇ ਮਸੰਦ ਚੇਤੋ ਨੂੰ ਤਤਸ਼ਿਨ ਹੀ ਮਾਰ ਦਿੱਤਾ, ਹੁਣ ਸਿੱਖਾਂ ਦੇ ਸਿਰ ਵੱਢੀ ਜਾ ਰਹੇ ਹਨ। ਜਦ ਸਾਰਿਆਂ ਨੇ ਇਹ ਸੁਣਿਆ ਕਿ ਕੋਈ ਪਿਆਰਾ ਸਿੱਖ ਸਿਰ ਦੇਵੇ, ਤਾਂ ਬਹੁਤ ਸਾਰੇ ਸਿੱਖ ਜੋ ਪਿੱਛੇ ਬੈਠੇ ਸਨ ਅੱਖ ਬਚਾ ਕੇ ਮਸੰਦਾਂ ਨਾਲ ਮਿਲ ਕੇ ਮਾਤਾ ਗੁਜਰੀ ਜੀ ਪਾਸ ਚਲੇ ਗਏ। ਕਹਿਣ ਲੱਗੇ, ਮਾਤਾ ਜੀ, ਗੁਰੂ ਜੀ ਦੀ ਬੁੱਧੀ ਉਲਟੀ ਹੋ ਗਈ ਹੈ। ਉਹਨਾਂ ਨੇ 2 ਸਿੱਖ ਕਿਰਪਾਨ ਨਾਲ ਪਹਿਲਾਂ ਵੱਢ ਦਿੱਤੇ ਹਨ
ਅਤੇ ਹੁਣ ਹੋਰ ਸਿੱਖਾਂ ਦਾ ਸਿਰ ਮੰਗ ਰਹੇ ਹਨ। ਪਤਾ ਨਹੀਂ ਕਿੰਨੇ ਕੋ ਹੋਰ ਕਤਲ ਕਰ ਦੇਣਗੇ। ਪਹਿਲਾਂ ਇਹਨਾਂ ਨੂੰ ਪਾਉਂਟੇ ਨਿਵਾਸ ਸਮੇਂ ਬਾਬਾ ਰਾਮ ਰਾਏ ਜੀ ਦੇ ਮਸੰਦਾਂ ਨੂੰ ਸਾੜਿਆ, ਫਿਰ ਪਹਾੜੀ ਰਾਜਿਆਂ ਨਾਲ ਅਕਾਰਨ ਵੈਰ ਵਧਾ ਕੇ ਲੜਾਈ ਕੀਤੀ। ਇੱਥੇ ਚੇਤੂ ਮਸੰਦ ਨੂੰ ਸਾੜ ਕੇ 2 ਹੋਰ ਸਿੱਖ ਕਤਲ ਕਰ ਦਿੱਤੇ ਹਨ ਅਤੇ ਅਜੇ ਹੋਰ ਸਿੱਖ ਮੰਗੀ ਹੀ ਜਾਂਦੇ ਹਨ। ਇਹਨਾਂ ਅੱਗੇ ਹੋਰ ਕੋਈ ਪੇਸ਼ ਨਹੀਂ ਜਾ ਸਕਦੀ। ਇਹਨਾਂ ਨੂੰ ਘਰ ਅੰਦਰ ਬੰਦ ਕਰ ਦਿਓ। ਕੋਈ ਸਿੱਖ ਇਹਨਾਂ ਦੇ ਨੇੜੇ ਨਾ ਜਾਵੇ ਅਤੇ ਗੁਰਗੱਦੀ ਉੱਤੇ ਆਪਣੇ ਪੋਤਰੇ ਨੂੰ ਬਿਠਾ ਦੇਵੋ। ਮਾਤਾ ਜੀ ਨੇ ਉਸ ਵੇਲੇ ਇੱਕ ਸਿੱਖ ਨੂੰ ਆਖਿਆ ਕਿ ਜਾਓ ਵੇਖ ਕੇ ਆਓ ਕੀ ਕੁਛ ਹੋ ਰਿਹਾ ਹੈ। इधर जब तीसरी बार गुरु जी ने कहा कि कोई गुरु का प्यारा सिख सिर देवे तां भाई मोहकम चंद द्वारका वासी जात दा छिंबा उठ के हाजिर हो गया। उसनू भी गुरु जी फड़ के तंबू अंदर लै गए अते बाहर आण के लाल नेत्र करके लहू नाल नुचड़दी तलवार खड़ी करके 3 वार आख्या कोई प्यारा सिख सिर देवे। तद बिदरपुरी का रहन वाला नाई जाति का भाई साहिब चंद हाथ जोड़ के हाजिर होके कहन लगा, सतगुरु जीओ मेरा सिर हाजिर है। जे ये शरीर तुहाडे काम आ जावे तां फिर होर किस काम वास्ते रखना है। इसनू भी गुरु जी बाहों फड़ के तंबू अंदर लै गए अते बाहर आण के फिर सिख दा सिर मंगण लगे। दीवान विच हलचली मच गई। बहुत सिख उठ उठ के भज्जण लगे ਅਤੇ ਪਛਤਾਤਾਪ ਕਰਦੇ ਕਿ ਅਸੀਂ ਇੱਥੇ ਕਿਉਂ ਆ ਗਏ। ਕੁਛ ਸਿੱਧਕੀ ਜੋ ਦੀਵਾਨ ਵਿੱਚ ਬੈਠੇ ਰਹੇ ਉਹ ਕਹਿਣ ਗੁਰੂ ਜੀ ਦੀ ਗੱਤ ਜਾਣੀ ਨਹੀਂ ਜਾਂਦੀ, ਅਕਾਰਨ ਹੀ ਸਿੱਖਾਂ ਨੂੰ ਵੱਢੀ ਜਾ ਰਹੇ ਹਨ। ਲਹੂ ਨਾਲ ਭਰੀ ਹੋਈ ਕਿਰਪਾਨ ਲੈ ਕੇ ਜਦ 5ਵੀਂ ਵਾਰ ਫਿਰ ਪਿਆਰੇ ਸਿੱਖ ਦੇ ਸਿਰ ਦੀ ਮੰਗ ਕੀਤੀ ਤਾਂ ਭਾਈ ਹਿੰਮਤਮਲ ਜਗਨਨਾਥ ਦਾ ਝੀਵਰ ਹੱਥ ਜੋੜ ਕੇ ਆਪਣਾ ਸਿਰ ਦੇਣ ਵਾਸਤੇ ਹਾਜ਼ਰ ਹੋ ਗਿਆ। गुरु जी इसनू तंबू अंदर लै गए। सब ने बाहर तलवार दे वार दी आवाज़ सुनी अते लहू धारा भी तंबू तो बाहर जांदी वेखी। इस नाल सब ने समझ लिया कि गुरु जी ने 5 सिख मार दिते हन। सतगुरु जी ने इस वार बाहर आण के किरपान नू साफ करके म्यान विच पा लिया अते संघासन उत्ते बैठ के 5 पोशाके मंगवा के अते तंबू अंदर जाके 5 ਸਿੰਘਾਂ ਨੂੰ पोशाके पवा के कमर कस्से करके बाहर ले आंदा अते अपने पास बिठाल के सब संगत नू संबोधन करके आख्या कि इन्हां 5 ने गुरु अंगद देव जी वांगू सिੱਖੀ ਦਾ बीज रख लिया है। ये 5 मेरा ही रूप ਹਨ ਤੇ मैं इन्हां दा रूप हाँ। गुरु घर दे हर एक कारज विच 5 ਦੀ महानता होवेगी। ये 5 मेरे प्यारे ਹਨ। आप जी दे ये बचन सुन के सारी संगत बैड़ी हैरान होई कि सानू की पता सी कि ये कौतक इन्हां ने सिੱਖੀ परखण वास्ते रचिया सी। गुरु ही जाने, होर कोई नहीं जान सकता। इस उपरंत दीवान समाप्त हो गया अते सिख संगतां अपने डेरियां नूं चलियां गईयां। माता गुजरी जी ने जेड़ा सेवादार पता लैण वास्ते भेजिया सी उसने आण के गुरु जी का बहुत जस किया। उसने कहा कि झूठे ते कच्चे सिखां ने गुरु जी की चंगी गल वाल नहीं वेख्या, वो अकारण निंदा कर रहे हैं। गुरु जी ने सिखां की परख की अते हुण वो अपना पंथ चलाउणा चाहुंदे हन। इस गल नूं सुन के माता जी बड़े प्रसन्न होए। दूसरे विसाखी वाले दिन सतगुरु जी तैयार बर तैयार होके उस जगह उत्ते ही आ गए जिथे कल सिखां नूं परखिया सी। अगे दीवान लगा होया सी। हजारां संगतां दा इकट्ठ सी। आप जी घोड़े तो उतर के अपने आसन ते बैठ गए। जद दीवान दा भोग पाया गया तां आप जी ने लोहे दा एक बाटा मंगवाया। उस विच सतलज नदी दा जल पा के अपने अगे रख के भाई दया राम आदि 5 प्यारिਆਂ ਨੂੰ नवीन बस्तर ਅਤੇ शस्त्र सजा के ਤਿਆਰ बर ਤਿਆਰ करके सामने खड़ा करके खब्बे हथ नाल बाटे ਨੂੰ फड़ के सज्जे हथ नाल उसदे जल विच खंडा फेरी ਜਾਂਦੇ ਅਤੇ मुख तो जपजी साहब ਦੀਆਂ ਬਾਣੀਆਂ ਦਾ पाठ करके अमृत तैयार कर दिता। इतने विच 2 चिड़े आ गए। गुरु जी ने उन्हां अगे ये थोड़ा जिहा जल एक बर्तन विच पा के रख दिता। ਉਹ चिड़े इस नूं पी के आपस विच लड़न लग पए। उन्हां ने
ਇਤਨਾ ਯੁੱਧ ਕੀਤਾ ਕਿ ਉਹਨਾਂ ਦੇ ਸਰੀਰਾਂ ਵਿੱਚੋਂ ਲਹੂ ਚੋਣ ਲੱਗ ਪਿਆ ਅਤੇ ਅੰਤ ਨੂੰ ਦੋਵੇਂ ਹੀ ਮਰ ਕੇ ਦੇਵਲੋਕ ਨੂੰ ਚਲੇ ਗਏ। ਇਹ ਤਮਾਸ਼ਾ ਵੇਖ ਕੇ ਆਪ ਜੀ ਬੜੇ ਪ੍ਰਸੰਨ ਹੋਏ। ਭਾਈ ਰਾਮ ਕੋਇਰ ਜੀ ਨੇ ਮਾਤਾ ਜੀ ਨੂੰ ਸਾਰੀ ਗੱਲ ਸੁਣਾਈ ਕਿ ਗੁਰੂ ਜੀ ਨੇ ਇਸ ਤਰ੍ਹਾਂ ਅੰਮ੍ਰਿਤ ਤਿਆਰ ਕੀਤਾ ਹੈ ਜਿਸ ਨੂੰ ਪੀ ਕੇ ਦੋ ਚਿੜੇ ਆਪਸ ਵਿੱਚ ਲੜ ਕੇ ਮਰ ਗਏ ਹਨ। ਹੁਣ ਤਾਂ ਗੁਰੂ ਜੀ ਉਹ ਅੰਮ੍ਰਿਤ ਸਿੱਖਾਂ ਨੂੰ ਪਿਆਉਣਗੇ। ਮਾਤਾ ਜੀਤੋ ਜੀ ਨੇ ਸਾਰੀ ਗੱਲ ਸੁਣ ਕੇ ਵਿਚਾਰਿਆ ਕਿ ਖਾਲਸਾ ਪੁੱਤਰ ਦੀ ਸਾਜਨਾ ਵਾਸਤੇ ਆਪਣੇ ਸਵਾਮੀ ਪਾਸ ਮੇਰਾ ਪਹੁੰਚਣਾ ਹੀ ਬਣਦਾ ਹੈ। ਇਸ ਕਰਕੇ ਮਾਤਾ ਜੀ ਬਹੁਤ ਸਾਰੇ ਪਤਾਸੇ ਲੈ ਕੇ ਉੱਥੇ ਪਹੁੰਚ ਗਏ ਅਤੇ ਗੁਰੂ ਜੀ ਦੀ ਆਗਿਆ ਲੈ ਕੇ ਉਸ ਜਲ ਵਿੱਚ ਪਾ ਦਿੱਤੇ। ਸਤਿਗੁਰੂ ਜੀ ਨੇ ਫਰਮਾਇਆ, ਤੁਸਾਂ ਬਹੁਤ ਚੰਗਾ ਕੀਤਾ ਹੈ, ਜਲ ਵਿੱਚ ਮਿੱਠਾ ਪਾ ਦਿੱਤਾ ਹੈ, ਨਹੀਂ ਤਾਂ ਪੰਥ ਬੜਾ ਕਰੜੇ ਸੁਭਾਅ ਦਾ ਕ੍ਰੋਧੀ ਤੇ ਲੜਾਕਾ ਹੋ ਜਾਣਾ ਸੀ। ਆਪਣਾ ਬੇਗਾਨਾ ਇਹਨਾਂ ਨੇ ਸਮਝਣਾ ਨਹੀਂ ਸੀ ਅਤੇ ਰਾਤ ਦਿਨ ਜੰਗ ਹੀ ਕਰਦੇ ਰਹਿਣਾ ਸੀ। ਹੁਣ ਜੋ ਤੁਸਾਂ ਮਿੱਠਾ ਪਾ ਦਿੱਤਾ ਹੈ, ਇਸ ਕਰਕੇ ਆਪਸ ਵਿੱਚ ਇਹ ਪਿਆਰ ਰੱਖਣਗੇ। ਇਹ ਗੱਲ ਸਾਰਾ ਜਗਤ ਜਾਣਦਾ ਹੈ ਕਿ ਸੰਤਾਨ ਇਸਤਰੀ ਪੁਰਸ਼ ਤੋਂ ਹੀ ਪੈਦਾ ਹੁੰਦੀ ਹੈ। ਸੋ ਇਸ ਸਮੇਂ ਖਾਲਸਾ ਨਾਦੀ ਪੁੱਤਰ ਉਤਪੰਨ ਹੋਣ ਸਮੇਂ ਤੂੰ ਆ ਗਈ ਹੈ, ਬਹੁਤ ਚੰਗਾ ਹੋਇਆ। ਸਤਿਗੁਰੂ ਜੀ ਨੇ ਉਹਨਾਂ ਆਪਣੇ 5 ਪਿਆਰਿਆਂ ਨੂੰ ਵਾਰੀ-ਵਾਰੀ ਅੰਮ੍ਰਿਤ ਦੇ ਪਹਿਲਾਂ 5-5 ਚੁਲੇ ਛਕਾਏ, ਫਿਰ 5-5 ਵਾਰ ਅੱਖਾਂ ਤੇ ਛੱਟੇ ਮਾਰੇ ਅਤੇ ਉਪਰੰਤ 5-5 ਚੂਲੇ ਵਾਰੀ-ਵਾਰੀ ਸਾਰਿਆਂ ਦੇ ਕੇਸਾਂ ਵਿੱਚ ਪਾਏ। ਹਰ ਇੱਕ ਅੰਮ੍ਰਿਤ ਦੇ ਚੂਲੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਆਪ ਕਹਿੰਦੇ ਤੇ ਪਿੱਛੇ ਅੰਮ੍ਰਿਤ ਛਕਣ ਵਾਲਾ ਕਹਿੰਦਾ। ਇਸ ਤਰ੍ਹਾਂ ਅੰਮ੍ਰਿਤ ਛਕਾ ਕੇ ਫਿਰ ਆਪ ਜੀ ਨੇ ਉਹਨਾਂ 5 ਨੂੰ ਸਿੱਖਿਆ ਦਿੱਤੀ ਕਿ ਅੱਜ ਤੁਸੀਂ ਸਿੰਘ ਸੱਜ ਗਏ ਹੋ, ਤੁਹਾਡੀ ਪਿਛਲੀ ਜਾਤ ਪਾਤ ਮਿਟ ਗਈ ਹੈ। ਆਪਣੇ ਨਾਮ ਨਾਲ ਸਿੰਘ ਪਦ ਲਾਉਣਾ। ਅੱਜ ਤੋਂ ਤੁਸੀਂ ਦਇਆ ਰਾਮ ਜੀ, ਭਾਈ ਦਇਆ ਸਿੰਘ ਜੀ, ਧਰਮਦਾਸ ਜੀ, ਭਾਈ ਧਰਮ ਸਿੰਘ ਜੀ, ਮੋਹਕਮ ਚੰਦ ਜੀ, ਭਾਈ ਮੋਹਕਮ ਸਿੰਘ ਜੀ, ਸਾਹਿਬ ਚੰਦ ਜੀ, ਭਾਈ ਸਾਹਿਬ ਸਿੰਘ ਜੀ ਅਤੇ ਹਿੰਮਤ ਮੱਲ ਜੀ, ਭਾਈ ਹਿੰਮਤ ਸਿੰਘ ਜੀ ਹੋ ਗਏ ਹਨ। ਸਾਡਾ ਅੰਮ੍ਰਿਤਧਾਰੀ ਸਿੱਖ ਨੜੀ ਮਾਰ, ਹੁੱਕਾ ਤਮਾਕੂ ਪੀਣ ਵਾਲਾ, ਕੁੜੀ ਮਾਰ ਮਸੰਦ, ਗੁਰੂ ਦੇ ਨਾਮ ਦੇ ਮਾਇਆ ਲੈਣ ਵਾਲਾ, ਮੀਣੇ ਪ੍ਰਤੀ ਚੰਦ ਨੂੰ ਗੁਰੂ ਮੰਨਣ ਵਾਲੇ, ਧੀਰ ਮੱਲੀਏ ਤੇ ਰਾਮ ਰਾਈਏ ਨਾਲ ਮਿਲਣ ਵਰਤਨ ਨਾ ਕਰੇ, ਪਰ ਇਸਤਰੀ ਤਥਾ ਪੁਰਸ਼ ਨਾਲ ਕੁਸੰਗਤ ਨਾ ਕਰੇ। ਆਪਣੀ ਕਿਰਤ ਵਿਰਤ ਦੀ ਕਮਾਈ ਵਿੱਚੋਂ ਗੁਰੂ ਨਿਮਿਤ ਦਸਵੰਧ ਦੇਵੇ ਅਤੇ ਵੰਡ ਕੇ ਛਕੇ। ਗੁਰਮੁਖੀ ਅੱਖਰ ਆਪ ਪੜ੍ਹਨੇ ਅਤੇ ਆਪਣੇ ਇਸਤਰੀ ਪੁੱਤਰਾਂ ਨੂੰ ਪੜ੍ਹਾਉਣੇ। ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੇਵਤੇ ਜਾਂ ਪੀਰਾਂ ਫਕੀਰਾਂ ਨੂੰ ਨਾ ਪੂਜੇ। ਮੜੀਆਂ ਕਬਰਾਂ ਅਤੇ ਸਾਧੂਆਂ ਦੇ ਮੱਠਾਂ ਨੂੰ ਨਾ ਪੂਜੇ। ਸਦਾ ਸ਼ਸਤਰ ਧਾਰੀ ਰਹੇ। ਇਹ ਸਿੱਖਿਆ ਉਪਰੰਤ ਫਿਰ ਆਪ ਜੀ ਨੇ ਸਿੱਖੀ ਦੀ ਰਹਿਤ ਦੱਸੀ। 5 ਕਕਾਰ, ਕੇਸ਼, ਕੰਘਾ, ਕਿਰਪਾਨ, ਕੜਾ ਤੇ ਕੱਛ ਧਾਰਨ ਕਰਨੀ। ਬਾਣੀ ਦਾ 2 ਵੇਲੇ ਸਵੇਰੇ ਤੇ ਸ਼ਾਮ ਪਾਠ ਕਰਨਾ। 4 ਕੁਰੈਤਾਂ, ਕੇਸਾਂ ਦੀ ਬੇਅਦਬੀ, ਕੁੱਠਾ ਮਾਸ ਖਾਣਾ, ਪਰ ਇਸਤਰੀ ਸੰਗ ਅਤੇ ਤਮਾਕੂ ਪੀਣਾ। ਜੇ ਕੋਈ ਕੁਰਹਿਤ ਹੋ ਜਾਵੇ ਤਾਂ ਕੜਾਹ ਪ੍ਰਸ਼ਾਦ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤ ਤੋਂ ਅਰਦਾਸਾ ਕਰਾ ਕੇ ਭੁੱਲ ਬਖਸ਼ਾਉਣੀ। ਖਾਲਸੇ ਦਾ ਗੁਰੂ ਮੰਤਰ ਵਾਹਿਗੁਰੂ ਹੈ, ਜਿਸ ਦਾ ਜਾਪ ਕਰਨਾ। ਜੋ ਸਿੱਖ ਰਹਿਤ ਬਹਿਤ ਵਿੱਚ ਪੂਰਾ ਰਹੇਗਾ ਉਹੀ ਮੇਰਾ ਸਿੱਖ ਹੋਵੇਗਾ ਤੇ ਮੈਂ ਉਸ ਦਾ ਸਦਾ ਦਾ ਵਾਲੀ ਹੋ ਜਾਵਾਂਗਾ। ਯਥਾ ਰਹਿਣੀ ਰਹੇ ਸੋਹੀ ਸਿੱਖ ਮੇਰਾ, ਉਹ ਸਾਹਿਬ ਮੈਂ ਤਿਸ ਦਾ ਚੇਰਾ। ਬੋਲੋ ਭਾਈ ਜੀ ਵਾਹਿਗੁਰੂ। ਗੁਰੂ ਜੀ ਨੇ ਅੰਮ੍ਰਿਤ ਛਕਣਾ। ਇਸ ਤਰ੍ਹਾਂ ਆਪ ਜੀ ਰਹਿਤ ਬਹਿਤ ਤੇ ਮਿਲ ਵਰਤਨ ਆਪਣੇ ਖਾਲਸੇ ਨੂੰ ਨਿਸ਼ਚੈ ਕਰਕੇ ਫਿਰ 5 ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ। ਇਸ ਦਿਨ ਤੋਂ ਆਪ ਜੀ ਦਾ ਨਾਮ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਹੋਇਆ। ਜਿਸ ਜਗ੍ਹਾ ਤੇ ਆਪ ਜੀ ਨੇ ਇਹ ਸਾਰਾ ਅੰਮ੍ਰਿਤ ਦਾ ਕੌਤਕ ਰਚਿਆ, ਉਸ ਦਾ ਨਾਮ ਆਪ ਜੀ ਨੇ ਕੇਸਗੜ੍ਹ ਰੱਖਿਆ, ਜੋ ਹੁਣ ਸਾਰੇ ਸੰਸਾਰ ਵਿੱਚ ਇੱਕ ਪ੍ਰਸਿੱਧ ਸਥਾਨ ਹੈ। ਇਸ ਦਾ ਇਹ ਨਾਮ ਇਸ ਕਰਕੇ ਪ੍ਰਸਿੱਧ ਹੋਇਆ ਹੈ ਕਿਉਂਕਿ ਇੱਥੇ ਕੇਸ ਰੱਖਣ ਦਾ ਨਿਯਮ ਬੰਨ੍ਹਿਆ ਗਿਆ ਸੀ। ਇਸ ਉਤਸ਼ਾਹ ਨੂੰ ਵੇਖ ਕੇ ਹੋਰ ਬੇਅੰਤ ਸਿੰਘ ਖੰਡੇ ਦਾ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਸਿੰਘ ਸੱਜ ਗਏ। 5 ਪਿਆਰੇ ਤੇ 5 ਮੁਕਤਿਆਂ ਉਪਰੰਤ ਉਸ ਦਿਨ ਅੰਮ੍ਰਿਤ ਛਕਣ ਵਾਲਿਆਂ ਦੀ ਗਿਣਤੀ 20,000 ਵਰਣਨ ਹੈ।
ਗੁਰੂ ਜੀ ਦੇ ਸਿੱਖਾਂ ਪ੍ਰਤੀ ਹੁਕਮ। ਉਸ ਸਮੇਂ ਜਿਤਨੇ ਵੀ ਸਿੱਖ ਆਪ ਜੀ ਦੇ ਪਾਸ ਹਾਜ਼ਰ ਸਨ, ਸਭ ਨੇ ਅੰਮ੍ਰਿਤ ਛਕ ਕੇ ਸਿਰ ਉੱਤੇ ਕੇਸ ਰੱਖ ਲਏ ਅਤੇ ਤੇੜ ਕਸ਼ਹਿਰਾ ਪਹਿਨ ਕੇ ਆਪਣਾ ਨਾਮ ਸਿੰਘ ਰੱਖ ਲਿਆ। ਉਪਰੰਤ ਜਿੱਥੇ ਜਿੱਥੇ ਗੁਰੂ ਜੀ ਦੀ ਸੰਗਤ ਸੀ, ਉੱਥੇ ਹੀ ਸਭ ਨੂੰ ਹੁਕਮਨਾਮੇ ਲਿਖ ਦਿੱਤੇ ਕਿ ਅੱਗੋਂ ਤੋਂ ਸਾਡੇ ਪਾਸ ਸਿਰ ਉੱਤੇ ਕੇਸ ਧਾਰਨ ਕਰਕੇ ਸਿੱਖ ਆਵਣ। ਕੋਈ ਸਿੱਖ ਸਿਰ ਦਾੜੀ ਨਾ ਮਨਾਵੇ, ਤੰਬਾਕੂ ਨਾ ਪੀਵੇ ਅਤੇ ਖੰਡੇ ਦਾ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਜਾਵੇ। ਬੋਲੋ ਭਾਈ ਜੀ ਵਾਹਿਗੁਰੂ।